ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰਬਾਣੀ ਦੀ ਵਿਚਾਰ ਨੂੰ ਆਪਾਂ ਅੱਜ ਥੋੜ੍ਹਾ ਜਿਹਾ ਸਮਝਾਂਗੇ। ਗੁਰੂ ਸਾਹਿਬ ਦੇ ਇੱਕ ਪਾਵਨ ਸ਼ਬਦ ਦੀ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ। ਸਾਰੀ ਗੁਰਬਾਣੀ ਹੀ ਗੁਰੂ ਪਾਤਸ਼ਾਹ ਦਾ ਮਹਾਨ ਗਿਆਨ ਆ ਜੋ ਸਾਡੇ ਮਨੁੱਖੀ ਜੀਵਨ ਦੇ ਉੱਪਰ ਢੁੱਕਦੀ ਆ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਧਰਮ ਦੀ ਸਹੀ ਵਿਆਖਿਆ ਨੂੰ ਬਿਆਨ ਕੀਤਾ। ਸਹੀ ਮਾਰਗ ਗੁਰੂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਦਿੱਤਾ। ਅਸਲ ਧਰਮ ਕੀ ਹੁੰਦਾ, ਕਿਹੜੀਆਂ ਗੱਲਾਂ ਦੇ ਵਿੱਚ ਧਰਮ ਆ, ਧਰਮ ਦਾ ਪੈਮਾਨਾ ਕੀ ਆ, ਕਿੰਨਾਂ ਗੱਲਾਂ ਨੂੰ ਧਰਮ ਕਿਹਾ ਜਾ ਸਕਦਾ, ਉਹ ਗੁਰੂ ਸਾਹਿਬ ਜੀ ਨੇ ਖੋਲ੍ਹ ਕੇ ਵਿਸਥਾਰ ਦੇ ਨਾਲ ਵਿਆਖਿਆ ਦਿੱਤੀ ਹੈ। ਅਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਉਹ ਕੁਝ ਖੰਡਨ ਕੀਤਾ, ਉਹ ਕੁਝ ਰੱਦ ਕੀਤਾ ਜਿਸ ਨੂੰ ਧਰਮ ਦਾ ਨਾਮ ਦੇ ਕੇ ਇੱਕ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਮਨੁੱਖ ਆ ਜਿਹੜਾ ਉਹ ਕਰਦਾ ਆ ਰਿਹਾ ਸੀ ਜਾਂ ਕਰ ਰਿਹਾ ਸੀ। ਜਿੱਥੇ ਆਪਣੀ ਐਨਰਜੀ ਵੇਸਟ ਕਰਦਾ ਸੀ, ਮਿਹਨਤ ਜ਼ਿਆਦਾ ਕਰ ਰਿਹਾ ਸੀ, ਪਰ ਪੱਲੇ ਕੱਖ ਨਹੀਂ ਪੈ ਰਿਹਾ ਸੀ। ਪਰ ਉਹ ਮਨੁੱਖ ਕਹਿੰਦਾ ਸੀ ਮੈਂ ਧਰਮ ਕਮਾ ਰਿਹਾ, ਮੈਂ ਧਰਮੀ ਹਾਂ, ਮੈਂ ਧਰਮ ਦੇ ਕਾਜ ਕਰ ਰਿਹਾ। ਪਰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਉਹ ਸਾਰੀ ਵਿਆਖਿਆ ਨੂੰ ਰੱਦ ਕੀਤਾ ਵੀ ਨਹੀਂ, ਇਹ ਧਰਮ ਨਹੀਂ ਹੈ ਭਾਈ, ਇਹਦੇ ਵਿੱਚ ਤੂੰ ਆਪਣੀ ਅਜਾਈਂ ਹੀ ਐਨਰਜੀ ਵੇਸਟ ਕਰ ਰਿਹਾ, ਆਪਣਾ ਟਾਈਮ ਖਰਾਬ ਕਰ ਰਿਹਾ। ਜਿਵੇਂ ਮਨੁੱਖ ਇੱਥੇ ਧਰਮ ਦੇ ਨਾਂ 'ਤੇ ਦਾਨ ਦਿੰਦਾ ਸੀ, ਤੀਰਥਾਂ ਜਾ ਕੇ ਇਸ਼ਨਾਨ ਕਰਦਾ ਸੀ, ਜਾਂ ਉਹਨੂੰ ਕਿਹਾ ਵੀ ਜਾਂਦਾ ਸੀ ਵੀ ਤੂੰ ਧਰਮ ਦੇ ਨਾਂ ਦੇ ਉੱਪਰ ਦਾਨ ਕਰ, ਤੂੰ ਫਲਾਣੇ ਤੀਰਥ ਦੇ ਉੱਪਰ ਜਾ ਕੇ ਇਸ਼ਨਾਨ ਕਰੇਂਗਾ ਤਾਂ ਤੇਰਾ ਜਿਹੜਾ ਪਾਰ ਉਤਾਰਾ ਹੋ ਜਾਵੇਗਾ, ਤੈਨੂੰ ਫਲ ਮਿਲੇਗਾ। ਪਰ ਗੁਰੂ ਸਾਹਿਬਾਂ ਨੇ ਸਾਰਾ ਕੁਝ ਰੱਦ ਕੀਤਾ ਵੀ ਨਹੀਂ, ਇਹ ਧਰਮ ਨਹੀਂ ਕਿਹਾ ਜਾ ਸਕਦਾ। ਵੀ ਠੀਕ ਆ, ਬਾਹਰੋਂ ਸਰੀਰ ਧੋ ਲਿਆ ਪਰ ਅੰਦਰ ਤਾਂ ਮਾੜੇ ਸੰਸਕਾਰ ਆ ਜਿਹੜੇ, ਸੋਚ ਵਿਚਾਰ ਆ ਜਿਹੜੇ, ਖਿਆਲ ਆ ਜਿਹੜੇ, ਉਹ ਤਾਂ ਉੱਦਾਂ ਹੀ ਆ। ਕੀ ਉਹ ਧੋਤੇ ਗਏ? ਉਹ ਨਹੀਂ ਧੋਤੇ ਗਏ। ਕੀ ਅੰਦਰਲੀ ਕੜੱਤਣ ਆ, ਜਿਹੜਾ ਕੌੜਾਪਣ ਆ, ਉਹ ਚਲਿਆ ਗਿਆ? ਨਹੀਂ ਗਿਆ। ਜਿਹੜਾ ਅੰਦਰ ਕਪਟੀ ਆ, ਸੋਚ ਵਿਚਾਰ ਆ, ਕੀ ਉਹ ਖਤਮ ਹੋ ਗਈ? ਨਹੀਂ ਹੋਈ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨਹਾਉਣ ਦਾ ਕੀ ਫਾਇਦਾ, ਤੀਰਥਾਂ ਜਾ ਕੇ ਇਸ਼ਨਾਨ, ਸਰੀਰ ਮਾਂਜਣ ਦਾ ਕੀ ਫਾਇਦਾ। ਜਿੱਥੇ ਕਬੀਰ ਸਾਹਿਬ ਜੀ ਕਹਿੰਦੇ ਆ ਕਾਇਆ ਮਾਂਜਸ਼ ਕੌਣ ਗੰਨਾ, ਜੋ ਘਟ ਭੀਤਰ ਹੈ ਮਲਣਾ। ਭਗਤ ਕਬੀਰ ਸਾਹਿਬ ਕਹਿੰਦੇ ਵੀ ਸਰੀਰ ਨੂੰ ਮਾਂਜਣ ਦਾ, ਸਰੀਰ ਨੂੰ ਧੋਣ ਦਾ ਕੀ ਫਾਇਦਾ, ਅਤੇ ਅੰਦਰੋਂ ਜਿਹੜਾ ਤੇਰਾ ਘਾਟ ਆ, ਜਿਹੜੀ ਤੇਰੀ ਸੋਚ ਵਿਚਾਰ ਆ, ਜਦੋਂ ਉਹ ਮਲੀਨ ਆ, ਅੰਦਰੋਂ ਤਾਂ ਮਲੀਨਤਾ ਗਈ ਨਹੀਂ ਹੈ। ਅੰਦਰ ਤਾਂ ਮਾੜੇ ਫੁਰਨੇ ਖਿਆਲ ਉਸੇ ਤਰ੍ਹਾਂ ਟਿਕੇ ਆ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਵਿਲੋਸ ਪਾਣੀ। ਭਗਤ ਕਬੀਰ ਸਾਹਿਬ ਕਹਿੰਦੇ ਧਰਮ ਦੇ ਨਾਂ 'ਤੇ ਤੂੰ ਪਾਣੀ ਕਿਉਂ ਰਿੜਕ ਰਿਹਾ, ਪਾਣੀ ਕਿਉਂ ਰਿੜਕੀ ਜਾ ਰਿਹਾ। ਮਤਲਬ ਜੇ ਕੋਈ ਕਹੇ ਮੈਂ ਪਾਣੀ ਨੂੰ ਰਿੜਕ ਲਾਂ, ਉਹਦੇ ਵਿੱਚੋਂ ਮੈਂ ਦੁੱਧ ਮੱਖਣ ਕੱਢ ਲਾਂ, ਘਿਓ ਪ੍ਰਾਪਤ ਕਰ ਲਵਾਂ, ਉਹ ਨਹੀਂ ਮਿਲੇਗਾ। ਪਾਣੀ ਨੂੰ ਰਿੜਕਣ ਦੇ ਵਿੱਚੋਂ ਤਾਂ ਕੁਝ ਵੀ ਪ੍ਰਾਪਤ ਨਹੀਂ ਨਾ ਹੋਵੇਗਾ, ਪਾਣੀ ਦੇ ਵਿੱਚੋਂ ਤਾਂ ਮਿਲਣੇ ਕੱਖ ਨਹੀਂ। ਜੇ ਵਿਧੀ ਦੇ ਨਾਲ ਕੋਈ ਦੁੱਧ ਦੇ ਵਿੱਚ ਰਿੜਕਣਾ ਪਾਵੇਗਾ ਤਾਂ ਉਹਦੇ ਵਿੱਚੋਂ ਮੱਖਣ ਵੀ ਮਿਲੂਗਾ, ਘਿਓ ਮਿਲੇਗਾ, ਪਰ ਪਾਣੀ ਰਿੜਕਣ ਦੇ ਨਾਲ ਕੁਝ ਨਹੀਂ ਹੋਣਾ। ਇੱਦਾਂ ਹੀ ਭਗਤ ਸਾਹਿਬ ਕਹਿੰਦੇ, ਗੁਰੂ ਸਾਹਿਬ ਕਹਿੰਦੇ ਵੀ ਧਰਮ ਦੇ ਨਾਂ 'ਤੇ ਮਨੁੱਖਤਾ ਜਿਹੜੀ ਉਹ ਪਾਣੀ ਰਿੜਕ ਰਹੀ ਆ। ਧਰਮ ਦੇ ਨਾਂ 'ਤੇ ਮਨੁੱਖਤਾ ਪਾਣੀ ਰਿੜਕ ਰਹੀ ਆ, ਉਹ ਕੰਮ ਕਰ ਰਹੀ ਆ ਧਰਮ ਕਹਿ ਕੇ ਜਿਨ੍ਹਾਂ ਦੇ ਵਿੱਚੋਂ 1% ਵੀ ਕੋਈ ਲਾਭ ਨਹੀਂ। ਝੂਠੇ ਕਹਾਂ ਵਿਲੋਵਸ ਪਾਣੀ, ਹਿਰਦੇ ਕਪਟ ਮੁੱਖ ਗਿਆਨੀ। ਮੁੱਖੋਂ ਗਿਆਨ ਦੀਆਂ ਗੱਲਾਂ ਤਾਂ ਬਹੁਤ ਹੁੰਦੀਆਂ, ਬਹੁਤ ਕਰਦਾ ਕਬੀਰ ਸਾਹਿਬ ਕਹਿੰਦੇ, ਪਰ ਹਿਰਦੇ ਦੇ ਵਿੱਚ ਕਪਟ ਆ, ਮੁੱਖੋਂ ਗਿਆਨੀ ਆ। ਕਹਿੰਦਾ ਮੈਂ ਧਰਮੀ ਹਾਂ, ਮੈਂ ਗਿਆਨਵਾਨ ਹਾਂ, ਪਰ ਹਿਰਦੇ ਦੇ ਵਿੱਚ ਕਪਟ ਆ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਵਿਲੋਵਸ ਪਾਣੀ। ਕਬੀਰ ਸਾਹਿਬ ਕਹਿੰਦੇ ਝੂਠੇ ਬੰਦੇ ਕਿਉਂ ਪਾਣੀ ਰਿੜਕ ਰਿਹਾ, ਇਹਦੇ ਨਾਲ ਕੁਝ ਵੀ ਤੈਨੂੰ ਕੱਖ ਵੀ ਪ੍ਰਾਪਤ ਨਹੀਂ। ਅੱਗੇ ਭਗਤ ਸਾਹਿਬ ਕਹਿੰਦੇ ਲੌਕੀ 68 ਤੀਰਥ ਨਹਾਈ, ਕੌਰਾਪਨ ਤਊ ਨਾ ਜਾਈ। ਭਗਤ ਕਬੀਰ ਸਾਹਿਬ ਉਦਾਹਰਨ ਦਿੰਦੇ ਹੋਏ ਕਹਿੰਦੇ ਆ ਵੀ ਲੌਕੀ ਨੂੰ, ਤੂੰਬੀ ਨੂੰ 68 ਤੀਰਥਾਂ ਦਾ ਵੀ ਇਸ਼ਨਾਨ ਕਰਾ ਲਈਏ
ਤਾਂ ਉਹਦਾ ਕੜੱਤਣ ਨਹੀਂ ਜਾਵੇਗੀ, ਕੌੜਾਪਣ ਨਹੀਂ ਜਾਵੇਗਾ, ਉੱਦਾਂ ਹੀ ਬਰਕਰਾਰ ਰਹੇਗਾ। ਅਤੇ ਸਰੀਰ ਰੂਪੀ ਤੁੰਬੀ ਨੂੰ ਗੁਰੂ ਸਾਹਿਬ ਕਹਿੰਦੇ ਤੂੰ ਤੀਰਥਾਂ 'ਤੇ ਇਸ਼ਨਾਨ ਕਰਾ ਲਿਆ, ਬਾਹਰੋਂ ਧੋ ਲਿਆ, ਸਵਾਰ ਲਿਆ, ਪਰ ਅੰਦਰੋਂ ਕੜੱਤਣ ਨਹੀਂ ਗਈ। ਪਰ ਕਬੀਰ ਸਾਹਿਬ ਕਹਿੰਦੇ ਮੈਂ ਧਰਮ ਦੇ ਨਾਂ ਦੇ ਉੱਪਰ ਇਹ ਅਡੰਬਰ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ ਮੈਂ ਇਹ ਅਡੰਬਰ ਧਰਮ ਦੇ ਨਾਂ 'ਤੇ ਨਹੀਂ ਕਰਦਾ, ਮੈਨੂੰ ਪਤਾ ਵੀ ਇਹਨਾਂ ਵਿੱਚੋਂ ਨਿਕਲਣੇ ਕੱਖ ਨਹੀਂ। ਕਹਿ ਕਬੀਰ ਵਿਚਾਰੀ, ਕਬੀਰ ਸਾਹਿਬ ਕਹਿੰਦੇ ਮੈਂ ਵਿਚਾਰ ਕੇ ਵੇਖ ਲਿਆ। ਭਵ ਸਾਗਰ ਤਾਰ ਮਰਾਰੀ, ਜੇ ਇਹ ਸੰਸਾਰ ਸਾਗਰ ਤੋਂ ਪਾਰ ਲੰਘਣਾ ਤਾਂ ਉਹਦਾ ਇੱਕੋ ਇੱਕ ਹੀ ਤਰੀਕਾ ਵੀ ਗੁਰੂ ਦੇ ਨਾਲ ਜੁੜਨਾ। ਭਵ ਸਾਗਰ ਪਾਰ ਉਤਾਰੇ, ਗੁਰੂ ਨਾਲ ਜੁੜ ਕੇ, ਜੋ ਗੁਰੂ ਕਹਿੰਦਾ ਉਹ ਵਚਨਾਂ ਨੂੰ ਕਮਾ ਕੇ ਜੀਵਨ ਦੀ ਬੇੜੀ ਪਾਰ ਹੋਣੀ। ਗੁਰੂ ਦੇ ਵਚਨਾਂ ਨੂੰ ਪ੍ਰੈਕਟੀਕਲੀ ਜਿਉਣਾ ਹੀ ਧਰਮ ਕਮਾਉਣਾ ਹੈ। ਇੱਦਾਂ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੇ ਨਾਲ, ਧਰਮ ਦੇ ਨਾਂ ਦੇ ਉੱਪਰ ਮਹਿੰਗੇ ਦਾਨ ਦੇਣ ਦੇ ਨਾਲ ਕੱਖ ਨਹੀਂ ਸਵਰਨਾ। ਸੋ ਗੁਰਬਾਣੀ ਨੇ ਇਹ ਵਿਆਖਿਆ ਦਿੱਤੀ ਹੈ, ਕਿਉਂਕਿ ਥਾਂ ਥਾਂ 'ਤੇ ਗੁਰਬਾਣੀ ਨੂੰ ਅਸੀਂ ਹੋਰ ਖੋਲ੍ਹ ਕੇ ਵੇਖ ਲਈਏ, ਗੁਰੂ ਸਾਹਿਬ ਨੇ ਖੰਡਨ ਕੀਤਾ ਹੈ ਬਾਹਰੀ ਕਰਮਾਂ ਦਾ। ਜੇ ਉਹ ਕਹਿੰਦੇ ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗਮਾਨ ਨਾ ਮਨ ਤੇ ਹੁੱਟੈ, ਸ਼ੌਂਚ ਕਰੈ ਜਨਸ ਆਰਾਤ, ਮਨ ਕੀ ਮੈਲ ਨਾ ਇਸ ਤਨ ਤੇ ਜਾਤ। ਗੁਰੂ ਸਾਹਿਬ ਕਹਿੰਦੇ ਜੇ ਉਹ ਸਾਡਾ ਮਨ ਚਾਹੁੰਦਾ, ਜੇ ਅਸੀਂ ਉਹੋ ਜਿਹੇ ਤੀਰਥ ਦੇ ਉੱਪਰ ਜਾ ਕੇ ਆਪਣਾ ਸਰੀਰ ਵੀ ਛੱਡ ਦਈਏ, ਭਾਵ ਉੱਥੇ ਸਾਡਾ ਅੰਤਮ ਸਵਾਸ ਵੀ ਆ ਜੇ। ਜੋ ਅਸੀਂ ਕਹਿੰਦੇ ਨਾ ਬਹੁਤ ਪਵਿੱਤਰ ਤੀਰਥ ਸਥਾਨ ਆ, ਜੋ ਉੱਥੇ ਛੱਡ ਰਹਿੰਦੇ ਹਾਂ ਸਾਡਾ ਸਰੀਰ ਵੀ ਛੁੱਟ ਜੇ। ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗਮਾਨ ਨਾ ਮਨ ਤੇ ਹੁੱਟੈ, ਪਰ ਜਿਹੜੀਆਂ ਸੋਚ ਵਿਚਾਰ ਨੂੰ ਸਾਡੇ ਬੁਰੇ ਖਿਆਲ ਚੁੰਬੜੇ ਹੋਏ ਆ, ਸਾਡੀ ਸੋਚ ਵਿਚਾਰ ਨੂੰ ਮਾੜੇ ਸੰਸਕਾਰ ਆ, ਹੰਕਾਰ, ਗਰਭ ਦੇ ਲੋਭ, ਸਵਾਰਥ, ਇਹ ਤਾਂ ਵੀ ਨਹੀਂ ਦੂਰ ਹੋਣੇ, ਇਹ ਨਹੀਂ ਮਿਟਣਗੇ, ਕਿਉਂਕਿ ਤਰੀਕਾ ਹੀ ਨਹੀਂ ਹੈ। ਜੋ ਤਰੀਕਾ ਧਰਮ ਕਮਾਉਣ ਦਾ, ਸਰੀਰ ਦਾ ਮਨ ਦਾ ਵਿਸ਼ਾ, ਜੋ ਸਰੀਰ ਦਾ ਵਿਸ਼ਾ ਜੋ ਉਹ ਗਿਆਨ ਦੇ ਨਾਲ ਸੰਬੰਧ ਹੈ। ਜੇ ਗਿਆਨ ਦੀ ਸੱਟ, ਗਿਆਨ ਦਾ ਥੌੜੇ ਦੀ ਸੱਟ ਇਸ ਮਨ ਦੇ ਉੱਪਰ ਲਗਾਤਾਰ ਵੱਜੇਗੀ ਤਾਂ ਇਹ ਵਾਪਸ ਬੈਕ ਹੋਵੇਗਾ ਮਾੜੇ ਸੰਸਕਾਰਾਂ ਤੋਂ, ਮਾੜੇ ਕਰਮਾਂ ਤੋਂ। ਇੱਦਾਂ ਵਾਰੀ ਕਰਮ ਕਰਨ ਦੇ ਨਾਲ ਇਹ ਲਾਈਨ 'ਤੇ ਨਹੀਂ ਆਉਂਦਾ। ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗਮਾਨ ਨਾ ਮਨ ਤੇ ਹੁੱਟੈ, ਸੋਚ ਕਰੈ ਜਨਸ ਆਰਾਤ। ਦਿਨ ਰਾਤ ਗੁਰੂ ਸਾਹਿਬ ਕਹਿੰਦੇ ਸੁੱਚਾ ਕਰਨ ਦਾ ਤੂੰ ਅਡੰਬਰ ਕਰੀ ਜਾਵੇਂ, ਇਹ ਸਰੀਰ ਨੂੰ ਸੁੱਚਾ ਕਰਨ ਦਾ ਤੂੰ ਢੋਂਗ ਰਚੀ ਜਾਵੇਂ, ਇਹ ਸੁੱਚਾ ਨਹੀਂ ਹੋਣਾ। ਸੋਚ ਕਰੈ ਦਿਨਸ ਆਰਾਤ, ਮਨ ਕੀ ਮੈਲ ਨਸ ਤਨ ਤੇ ਜਾਤ, ਤੇ ਮਨ ਦੀ ਮੈਲ ਦੂਰ ਨਹੀਂ ਹੋਵੇਗੀ। ਭਰੀਏ ਮਤ ਪਾਪਾਂ ਕੇ ਸੰਗੂ ਧੋਪੈ, ਨਾਵੈ ਕੇ ਰੰਗ। ਉਹ ਮੈਲ ਧੋਣ ਦਾ ਇੱਕੋ ਇੱਕ ਹੀ ਤਰੀਕਾ ਗੁਰੂ ਦੀ ਵਿਚਾਰ। ਭਰੀ ਹੈ ਮੱਤ ਆ, ਜਿਹੜੀ ਮੱਤ ਭਰੀ ਪਈ ਆ, ਮਲੀਨ ਹੋਈ ਪਈ ਆ, ਜਿਹੜੀ ਮਾੜੇ ਸੰਸਕਾਰਾਂ ਦੇ ਨਾਲ, ਬੁਰੀਆਂ ਖਿਆਲਾਂ ਦੇ ਨਾਲ, ਬੁਰੀਆਂ ਵਾਸ਼ਨਾਵਾਂ ਦੇ ਨਾਲ। ਭਰੀ ਹੈ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹਨੂੰ ਧੋਣ ਦਾ ਇੱਕੋ ਇੱਕ ਹੀ ਤਰੀਕਾ ਗੁਰੂ ਦੀ ਵਿਚਾਰ। ਨਾਮ ਕਹਿ ਲਓ, ਵਿਚਾਰ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਹੀ ਅਰਥ ਹੈ, ਇੱਕੋ ਹੀ ਅਰਥ ਹੈ। ਗੁਰੂ ਦੇ ਬਚਨਾਂ ਨੂੰ ਕਮਾਉਣਾ ਹੀ ਨਾਮ ਜਪਣਾ। ਸੋ ਇਹ ਸ਼ਬਦ ਦੀ ਵਿਚਾਰ ਇੱਕ ਸਬਜੈਕਟ ਵਿਸ਼ੇ ਦੇ ਉੱਪਰ ਆਪਾਂ ਸਮਝੀ ਆ ਵੀ ਬਾਹਰੀ ਅਡੰਬਰਾਂ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ, ਚਾਹੇ ਇਸ਼ਨਾਨ ਕਰਨ ਦਾ ਹੋਵੇ, ਚਾਹੇ ਦਾਨ ਕਰਨ ਦਾ ਹੋਵੇ। ਜੋ ਕਹਿੰਦੇ ਧਰਮ ਦੇ ਨਾਂ 'ਤੇ ਦਾਨ ਦੇਣਾ, ਸਿੱਖ ਮੱਤ ਦੇ ਅੰਦਰ ਦਸਵੰਧ ਦੀ ਪ੍ਰਥਾ ਸੀ, ਦਾਨ ਦੇਣ ਦੀ ਪ੍ਰਥਾ ਨਹੀਂ। ਸਿੱਖ ਮੱਤ ਦੇ ਅੰਦਰ ਦਾਨ ਦੇਣ ਦੀ ਪ੍ਰਥਾ ਨਹੀਂ ਹੈ, ਕਿਉਂਕਿ ਉਹ ਪੁਰਾਣੇ ਗੁਰੂ ਸਾਹਿਬਾਂ ਦੇ ਆਉਣ ਤੋਂ ਪਹਿਲਾਂ ਇੱਥੇ ਕਿਹਾ ਜਾਂਦਾ ਸੀ ਵੀ ਜੇ ਤੁਸੀਂ ਦਾਨ ਕਰੋਗੇ ਤਾਂ ਤੁਹਾਡਾ ਉਹ ਦਾਨ ਤੁਹਾਨੂੰ ਦੂਣਾ ਹੋ ਕੇ ਮਿਲੇਗਾ, ਤੁਹਾਡੇ ਤੋਂ ਸਵਰਗ ਵਿੱਚ ਜਾ ਕੇ ਕੰਮ ਆਵੇਗਾ। ਗੁਰੂ ਸਾਹਿਬਾਂ ਨੇ ਇਹ ਰੱਦ ਕੀਤਾ ਵੀ ਦਾਨ ਦੇ ਕੇ ਤਾਂ ਹੋ ਸਕਦਾ ਹੰਕਾਰ ਪੈਦਾ ਹੋ ਜਾਵੇ। ਜੋ ਕਹਿੰਦਾ ਮੈਂ ਦਾਨੀ ਹਾਂ, ਉਹਦੇ ਨਾਲ ਹੋ ਸਕਦਾ ਹੰਕਾਰ ਪੈਦਾ ਹੋ ਜਾਵੇ, ਵੀ ਇਹ ਪੈਮਾਨਾ ਨਹੀਂ ਹੈ ਵੀ ਜੇ ਦਾਨੀ ਆ ਤਾਂ ਧਰਮੀ ਆ। ਹੋ ਸਕਦਾ ਕਿਸੇ ਨੇ ਆਪਣਾ ਨਾਮ ਬੁਲਾਉਣ ਦੀ ਖਾਤਰ, ਆਪਣਾ ਨਾਮ ਹੋਰ, ਉਹ ਆਪਣੇ ਨਾਮ ਨੂੰ ਹੋਰ ਜ਼ਿਆਦਾ ਅੱਗੇ ਕਰਨ ਦੀ ਖਾਤਰ ਦਾਨ ਕੀਤਾ ਹੋਵੇ। ਇਹ ਪੈਮਾਨਾ ਨਹੀਂ ਹੈ ਵੀ ਧਰਮੀ ਆ ਉਹ। ਸੋ ਗੁਰੂ ਸਾਹਿਬਾਂ ਨੇ ਇਹ ਵਿਚਾਰਧਾਰਾਵਾਂ ਨੂੰ ਰੱਦ ਕਰਕੇ ਉਹਨਾਂ ਨੇ ਆਪਣੀ ਵੱਖਰੀ ਵਿਚਾਰ ਦਿੱਤੀ ਵੀ ਦਸਵੰਧ ਤੁਸੀਂ ਦੇ ਸਕਦੇ ਆ, ਵੀ ਹਾਂ ਆਪਣੀ ਕੋਈ ਸੁੱਚੀ ਕਿਰਤਾ ਕਰਦੇ ਉਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਕਿਸੇ ਦੇ ਸਹੀ ਕੰਮਾਂ ਦੇ ਵਿੱਚ ਉਹਨੂੰ ਭੇਂਟ ਕਰ ਦਿੱਤਾ, ਕਿਸੇ ਲੋੜਵੰਦ ਦੀ ਸਹਾਇਤਾ ਕਰ ਦਿੱਤੀ। ਇਹ ਪ੍ਰਥਾ ਤਾਂ ਸਿੱਖ ਮੱਤ ਵਿੱਚ ਹੈ, ਪਰ ਦਾਨ ਦੇਣ ਦੀ ਪ੍ਰਥਾ ਨਹੀਂ ਹੈ। ਤੀਰਥਾਂ 'ਤੇ ਜਾ ਕੇ ਨਹਾਉਣ ਦੀ ਪ੍ਰਥਾ ਨਹੀਂ ਹੈ। ਗੁਰਬਾਣੀ ਦਾ ਤੀਰਥ ਕੋਈ ਹੋਰ ਹੈ, ਗੁਰਬਾਣੀ ਦੀ ਵਿਆਖਿਆ ਵਿਲੱਖਣ ਹੈ। ਗੁਰਬਾਣੀ ਨੇ ਜੋ ਧਰਮ ਦੀ ਵਿਆਖਿਆ ਦਿੱਤੀ ਹੈ ਉਹ ਹੋਰ ਹੈ।
ਸੋ ਇਹ ਸ਼ਬਦ ਦੀ ਵਿਚਾਰ ਆਪਾਂ ਸਮਝੀ ਆ। ਗੁਰਬਾਣੀ ਦੀ ਵਿਚਾਰ ਬੜੀ ਵਿਸ਼ਾਲ ਆ, ਗੁਰੂ ਦੀ ਵਿਆਖਿਆ ਤਾਂ ਬਹੁਤ ਵਿਸ਼ਾਲ ਆ। ਬਹੁਤ ਪੱਖਾਂ ਤੋਂ ਗੁਰੂ ਸਾਹਿਬਾਂ ਨੇ, ਬੜੇ ਵਿਸ਼ਿਆਂ ਤੋਂ ਗੁਰੂ ਸਾਹਿਬਾਂ ਨੇ ਵਿਚਾਰ ਦਿੱਤੀ ਹੈ। ਇੰਨਾ ਵਕਤ ਸਾਡੇ ਕੋਲ ਨਹੀਂ ਹੁੰਦਾ ਕਿ ਅਸੀਂ ਗੁਰਬਾਣੀ ਦੀ ਵਿਚਾਰ ਕਰਨ ਦੇ ਲਈ 5 7 10 12 ਮਿੰਟ ਨਹੀਂ, ਥੋੜ੍ਹੇ ਹੁੰਦੇ ਆ। ਗੁਰਬਾਣੀ ਦੀ ਵਿਚਾਰ ਦੇ ਲਈ ਤਾਂ ਬੜਾ ਟਾਈਮ ਚਾਹੀਦਾ। ਇੱਕ ਵਿਸ਼ੇ ਨੂੰ ਖੋਲ੍ਹਣ ਦੇ ਲਈ, ਇੱਕ ਵਿਸ਼ੇ ਨੂੰ ਸਮਝਣ ਦੇ ਲਈ ਹੀ ਬਹੁਤ ਜ਼ਿਆਦਾ ਟਾਈਮ ਚਾਹੀਦਾ। ਗੁਰੂ ਦੀ ਵਿਆਖਿਆ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਦੀ ਵਿਚਾਰ ਬਹੁਤ ਵਿਸ਼ਾਲ ਹੈ। ਗੁਰਬਾਣੀ ਦੀ ਵਿਚਾਰ 5 7 ਮਿੰਟਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਜਿਹੜੀ ਹੋਣੀ, ਉਹ ਸੀਮਤ ਸਮਾਂ ਨਹੀਂ ਚਾਹੀਦਾ, ਬਹੁਤ ਸਮਾਂ ਲਵੇਰਾ ਚਾਹੀਦਾ। ਸੋ ਇਹ ਗੁਰੂ ਦੀ ਵਿਚਾਰ ਅਸੀਂ ਸਮਝੀਏ, ਸਾਡੇ ਜੀਵਨ ਆਧਾਰ ਬਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।